ਨਵੀਆਂ ਹਦਾਇਤਾਂ ਦੱਸ ਦਈਏ ਕਿ ਹੁਣ ਕੁਝ ਰਿਆਇਤਾਂ ਨਾਲ 15 ਜੂਨ ਤੱਕ ਪਾਬੰਦੀਆਂ ਵਧਾਈਆਂ ਗਈਆਂ ਨੇ। ਦੁਕਾਨਾਂ ਵਿੱਚ ਸ਼ਾਮ 6 ਵਜੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਦੁਕਾਨਾਂ ਸ਼ਾਮ 6 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਨੇ। ਵਿਆਹ ਤੇ ਸੋਗ ਸਮਾਗਮਾਂ ਵਿੱਚ 20 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੈ। ਪੰਜਾਬ ਵਿੱਚ ਕੱਲ੍ਹ ਤੋਂ ਕੋਰੋਨਾ ਸੰਬੰਧੀ ਨਵੀਆਂ ਹਦਾਇਤਾਂ ਲਾਗੂ ਹੋਣਗੀਆਂ। ਕੁਝ ਰਿਆਇਤਾਂ ਨਾਲ 15 ਜੂਨ ਤੱਕ ਪਾਬੰਦੀਆਂ ਵਧਾਈਆਂ ਗਈਆਂ ਨੇ। ਕੋਰੋਨਾ ਦਾ ਕਹਿਰ ਹੁਣ ਘਟ ਰਿਹਾ ਹੈ, ਮਾਮਲੇ ਜਿਹੜੇ ਨੇ ਉਹ ਘਟ ਰਹੇ ਨੇ। ਇਸ ਨੂੰ ਲੈ ਕੇ ਹੁਣ ਸੂਬਾ ਸਰਕਾਰਾਂ ਵੱਲੋਂ ਕੁਝ ਰਿਆਇਤਾਂ ਜ਼ਰੂਰ ਇੱਥੇ ਦਿੱਤੀਆਂ ਜਾ ਰਹੀਆਂ ਨੇ। ਵਿਆਹ ਤੇ ਸੋਗ ਸਮਾਗਮਾਂ ਵਿੱਚ 20 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ। ਤਾਂ ਪੰਜਾਬ ਵਿੱਚ ਕੱਲ੍ਹ ਤੋਂ ਕੋਰੋਨਾ ਸੰਬੰਧੀ ਨਵੀਆਂ ਹਦਾਇਤਾਂ ਲਾਗੂ ਹੋਣਗੀਆਂ। ਕੁਝ ਰਿਆਇਤਾਂ ਨਾਲ 15 ਜੂਨ ਤੱਕ ਪਾਬੰਦੀਆਂ ਵਧਾਈਆਂ ਗਈਆਂ ਨੇ। ਦੱਸ ਦਈਏ ਕਿ ਦੁਕਾਨਾਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਇਹ ਇਜਾਜ਼ਤ ਦਿੱਤੀ ਗਈ ਸੀਗੀ ਕਿ ਆਪਣੇ ਜ਼ਿਲ੍ਹੇ ਵਿੱਚ ਉਹ ਟਾਈਮ ਜੋ ਹੈ ਸੈੱਟ ਕਰ ਸਕਦੇ ਨੇ। ਜੋ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸਨ, ਲਗਾਤਾਰ ਵਧ ਰਹੇ ਸਨ, ਪਰ ਪਿਛਲੇ ਕਈ ਦਿਨਾਂ ਤੋਂ ਜਿਸ ਤਰ੍ਹਾਂ ਦੇ ਨਾਲ ਮਾਮਲੇ ਘਟ ਰਹੇ ਨੇ ਤੇ ਕਈ ਸੂਬਾ ਸਰਕਾਰਾਂ ਵੱਲੋਂ ਹੁਣ ਰਿਆਇਤਾਂ ਦਿੱਤੀਆਂ ਜਾ ਰਹੀਆਂ ਨੇ। ਇਸ ਤਹਿਤ ਪੰਜਾਬ ਵਿੱਚ ਵੀ ਦੱਸ ਦਈਏ ਕਿ ਨਵੀਆਂ ਹਦਾਇਤਾਂ ਜੋ ਨੇ ਕੱਲ੍ਹ ਤੋਂ ਲਾਗੂ ਹੋਣ ਜਾ ਰਹੀਆਂ ਨੇ। ਕੋਰੋਨਾ ਸੰਬੰਧੀ ਨਵੀਆਂ ਹਦਾਇਤਾਂ ਪੰਜਾਬ ਵਿੱਚ ਕੱਲ੍ਹ ਤੋਂ ਲਾਗੂ ਹੋਣਗੀਆਂ, ਜੋ ਕਿ 15 ਜੂਨ ਤੱਕ ਜਾਰੀ ਰਹਿਣਗੀਆਂ। ਤਾਂ ਪੰਜਾਬ ਵਿੱਚ ਕੱਲ੍ਹ ਤੋਂ ਲਾਗੂ ਹੋਣਗੀਆਂ ਕੋਰੋਨਾ ਸੰਬੰਧੀ ਨਵੀਆਂ ਹਦਾਇਤਾਂ। ਤਰਲੋਚਨ ਜੀ ਹੋਰ ਜਾਣਕਾਰੀ ਦੇ ਨਾਲ ਜੁੜ ਗਏ ਨੇ। ਤਾਂ ਤਰਲੋਚਨ ਜੀ, ਜਿਸ ਤਰ੍ਹਾਂ ਦੇ ਨਾਲ ਹੁਣ ਪਿਛਲੇ ਕਈ ਦਿਨਾਂ ਤੋਂ ਕੇਸਾਂ ਵਿੱਚ ਕਮੀ ਪਾਈ ਜਾ ਰਹੀ ਹੈ ਤੇ ਸੂਬਾ ਸਰਕਾਰਾਂ ਵੱਲੋਂ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ, ਤੇ ਹੁਣ ਪੰਜਾਬ ਵਿੱਚ ਵੀ ਨਵੀਆਂ ਹਦਾਇਤਾਂ ਕੱਲ੍ਹ ਤੋਂ 15 ਜੂਨ ਤੱਕ ਲਾਗੂ ਹੋਣਗੀਆਂ। ਕੀ ਕੁਝ ਹੋਰ ਡਿਟੇਲਸ ਖਬਰ ਤੇ? ਅੱਜ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਵਿੱਚ ਜਿਹੜੀ ਇੱਕ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਪੋਜ਼ਿਟਿਵ ਰੇਟ ਜਿਹੜਾ 3.2% ਆ ਗਿਆ, ਭਾਵ ਬਹੁਤ ਘਟ ਗਿਆ, ਜਿਹਨੂੰ ਮੁੱਖ ਰੱਖਦਿਆਂ ਲੰਬੀ ਚੌੜੀ ਚਰਚਾ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਜਿਹੜੀ ਕੋਵਿਡ ਪਾਬੰਦੀਆਂ ਨੇ 10 ਜੂਨ ਤੋਂ 15 ਜੂਨ ਤੱਕ ਵਧਾ ਦਿੱਤੀਆਂ, ਪਰ ਕੁਝ ਛੋਟਾਂ ਵੀ ਦਿੱਤੀਆਂ ਨੇ, ਜਿਹਦੇ ਵਿੱਚ ਮੁੱਖ ਤੌਰ ਤੇ ਦੁਕਾਨਦਾਰਾਂ ਬਾਰੇ ਗੱਲ ਕੀਤੀ ਗਈ ਹੈ ਵੀ ਦੁਕਾਨਾਂ ਜਿਹੜੀਆਂ ਨੇ ਹੁਣ 6 ਵਜੇ ਤੱਕ, ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲ ਸਕਣਗੀਆਂ। ਔਰ ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਦਫ਼ਤਰ ਲੰਬੇ ਸਮੇਂ ਤੋਂ ਬੰਦ ਪਏ ਸੀ, ਇਹ ਕਹਿ ਦਿੱਤਾ ਵੀ 50% ਸਟਾਫ, ਟੋਟਲ ਵਿੱਚੋਂ 50% ਸਟਾਫ ਜਿਹੜਾ ਹੈ ਉਹ ਕੰਮ ਤੇ ਆ ਸਕੇਗਾ ਔਰ ਪ੍ਰਾਈਵੇਟ ਦਫ਼ਤਰ ਹੁਣ ਬਕਾਇਦਾ ਕੰਮ ਕਰ ਸਕਣਗੇ। ਪਹਿਲੋਂ ਵਿਆਹ ਤੇ ਸੰਸਕਾਰ ਤੇ ਬਿਲਕੁਲ ਲਿਮਟਡ ਬੰਦੇ ਜਿਹੜੇ ਸੀ ਘੱਟ ਲਾਏ, ਉਹਨਾਂ ਦੇ ਪਾਬੰਦੀ ਲਾਈ ਸੀ। ਹੁਣ ਵਿਆਹ ਤੇ ਸੰਸਕਾਰ ਤੇ 20 ਵਿਅਕਤੀ ਇਕੱਠੇ ਹੋ ਸਕਣਗੇ। ਇੱਕ ਹੋਰ ਵੱਡਾ ਫੈਸਲਾ ਕੀਤਾ, ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਕਰਨ ਲਈ ਖਿਡਾਰੀਆਂ ਨੂੰ ਟ੍ਰੇਨਿੰਗ ਕਰਨ ਦੀ ਇਜਾਜ਼ਤ ਹੋਊਗੀ। ਨਾਲ ਦੀ ਨਾਲ ਜਿਹੜੀ ਇਹ ਭਰਤੀਆਂ ਹੋ ਰਹੀਆਂ ਨੇ ਪੰਜਾਬ ਵਿੱਚ ਜਾਂ ਪੰਜਾਬ ਵਿੱਚ ਕਿਸੇ ਹੋਰ ਸੈਂਟਰ ਦੀਆਂ, ਹੋਰ ਸਰਕਾਰ ਦੀਆਂ, ਉਹ ਭਰਤੀ ਪ੍ਰੀਖਿਆ ਵੀ ਜਿਹੜੀ ਹੁਣ ਕਰਨ ਦੀ ਇਜਾਜ਼ਤ ਮਿਲੇਗੀ। ਜਿੱਥੋਂ ਤੱਕ ਜਿਮ ਖੋਲ੍ਹਣ ਤੇ ਰੈਸਟੋਰੈਂਟ ਖੋਲ੍ਹਣ ਦੀ ਗੱਲ ਹੈ, ਇਹਦੇ ਬਾਰੇ ਕਿਹਾ ਗਿਆ ਵੀ 1 ਹਫ਼ਤੇ ਬਾਅਦ ਜਿਮ ਤੇ ਰੈਸਟੋਰੈਂਟ ਜਿਹੜੇ 50% ਦੀ ਕਪੈਸਿਟੀ ਨਾਲ ਖੁੱਲ ਸਕਣਗੇ। ਭਾਵ ਹੁਣ ਰੈਸਟੋਰੈਂਟ ਤੇ ਜਿਮ ਜਿਹੜੇ ਨੇ 1 ਹਫ਼ਤੇ ਬਾਅਦ ਟੋਟਲ ਕਪੈਸਿਟੀ ਦੇ 50 ਗਾਹਕਾਂ ਨਾਲ ਇਹ ਆਪਣਾ ਕਾਰੋਬਾਰ ਚਲਾ ਸਕਣਗੇ। ਪਰ ਨਾਲ ਦੀ ਨਾਲ ਸ਼ਰਤ ਲਾਈ ਹੈ, ਜਿਮ ਤੇ ਰੈਸਟੋਰੈਂਟਾਂ ਦੇ ਜਿਹੜੇ ਮਾਲਕ ਹੋਣਗੇ ਜਾਂ ਵਰਕਰ ਹੋਣਗੇ ਉਹਨਾਂ ਨੂੰ ਵੈਕਸੀਨ ਲਵਾਉਣੀ ਲਾਜ਼ਮੀ ਹੋਊਗੀ ਔਰ ਨਾਲ ਦੀ ਨਾਲ ਕੋਵਿਡ ਦਾ ਟੈਸਟ ਕਰਾਉਣਾ ਵੀ ਲਾਜ਼ਮੀ ਹੋਊਗਾ। ਇਸੇ ਤਰ੍ਹਾਂ ਇਹ ਨਾਈਟ ਕਰਫਿਊ, ਜਿਹੜਾ ਨਾਈਟ ਕਰਫਿਊ ਪਹਿਲੋਂ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੱਗਦਾ ਸੀ, ਹੁਣ ਉਹਦੇ ਵਿੱਚ ਥੋੜੀ ਛੋਟ ਦਿੱਤੀ ਹੈ। ਹੁਣ ਰਾਤ 7 ਵਜੇ ਨਾਈਟ ਕਰਫਿਊ ਲੱਗੇਗਾ, ਸਵੇਰੇ 6 ਵਜੇ ਤੱਕ ਇਹ ਰਹੇਗਾ। ਔਰ ਇਸੇ ਤਰ੍ਹਾਂ ਇੱਕ ਗੱਲ, ਵੱਡੀ ਗੱਲ ਜਿਹੜੀ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਜਿਹੜੇ ਨੇ, ਡਿਪਟੀ ਕਮਿਸ਼ਨਰ ਖਾਸ ਕਰਕੇ, ਉਹਨਾਂ ਨੂੰ ਅਧਿਕਾਰ ਦੇ ਦਿੱਤੇ ਨੇ ਵੀ ਗੈਰ ਜ਼ਰੂਰੀ ਵਸਤੂਆਂ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਆਪਣੇ ਢੰਗ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਨੇ। ਨਾਲ ਇਹ ਵੀ ਗੱਲ ਕਹੀ ਹੈ ਵੀ ਉਹ ਵੀਕਐਂਡ ਮੌਕੇ ਵੀ ਇਹ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਸਕਦੇ ਨੇ, ਪਰ ਉਹ ਰਿਵਿਊ ਕਰਨਗੇ ਵੀ ਜ਼ਿਲ੍ਹੇ ਵਿੱਚ ਕਰੋਨਾ ਦੀ ਕੀ ਸਥਿਤੀ ਹੈ। ਪਰ ਇੱਕ ਹੋਰ ਵੱਡਾ ਫੈਸਲਾ ਕੀਤਾ, ਬੜੀ ਵੱਡੀ ਸਮੱਸਿਆ ਆ ਰਹੀ ਸੀ, ਵੱਡੇ ਪੱਧਰ ਤੇ ਜਿਹੜੇ ਪੰਜਾਬ ਤੋਂ ਵਿਦਿਆਰਥੀ ਨੇ ਇਹ ਵਿਦੇਸ਼ਾਂ ਵਿੱਚ ਪੜ੍ਹਨ, ਇਹਨਾਂ ਨੇ ਐਡਮਿਸ਼ਨ ਲਈ ਸੀ, ਪੜ੍ਹਨ ਜਾਣਾ ਸੀ ਔਰ ਇੱਕ ਕੰਡੀਸ਼ਨ ਹੈ ਵੀ ਇਹਨਾਂ ਦੀ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ। ਇਹ ਫੈਸਲਾ ਕਰਤਾ ਪੰਜਾਬ ਸਰਕਾਰ ਨੇ, ਜਿਹੜੇ ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਨੇ ਉਹਨਾਂ ਨੂੰ ਪ੍ਰਾਇਓਰਟੀ ਤੇ ਵੈਕਸੀਨ ਲਾਈ ਜਾਊਗੀ। ਜਿਹੜੀ 18 ਤੋਂ 24 ਸਾਲ ਦੀ ਟੀਕੇ ਜਿਹੜੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਏ ਜਾਣਗੇ। ਸੋ ਕੁੱਲ ਮਿਲਾ ਕੇ ਇਹ ਫੈਸਲੇ ਕੀਤੇ ਨੇ ਔਰ
ਇਹ ਰਾਹਤ ਵਾਲੀ ਖਬਰ ਖਾਸ ਕਰਕੇ ਰੈਸਟੋਰੈਂਟ ਦੇ ਜਿਹੜੇ ਮਾਲਕ ਨੇ, ਕਿਉਂਕਿ ਲੰਬੇ ਸਮੇਂ ਤੋਂ ਹੋਟਲ ਰੈਸਟੋਰੈਂਟ ਬੰਦ ਨੇ, ਇੱਕ ਹਫ਼ਤੇ ਬਾਅਦ ਹੁਣ ਰੈਸਟੋਰੈਂਟ ਵੀ ਪੰਜਾਬ ਵਿੱਚ ਖੁੱਲ੍ਹਣ ਦੀ ਇਜਾਜ਼ਤ ਮਿਲ ਜਾਏਗੀ। ਬਿਲਕੁਲ ਤਰਲੋਚਨ ਜੀ, ਤਾਂ ਇਹ ਅਹਿਮ ਫੈਸਲੇ ਅੱਜ ਦੀ ਇਸ ਬੈਠਕ ਵਿੱਚ ਲਏ ਗਏ ਨੇ ਤੇ ਜ਼ਾਹਿਰ ਤੌਰ ਤੇ ਪੰਜਾਬ ਵਾਸੀਆਂ ਲਈ ਜ਼ਰੂਰ ਇਹ ਰਾਹਤ ਭਰੀ ਖਬਰ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਿਮ ਮਾਲਕ ਵੀ ਲਗਾਤਾਰ ਇਹ ਮੰਗ ਕਰ ਰਹੇ ਸਨ ਕਿ ਜਿਮ ਖੋਲੇ ਜਾਣੇ ਚਾਹੀਦੇ ਨੇ ਤੇ ਜਿਸ ਤਰ੍ਹਾਂ ਦੇ ਨਾਲ ਕਾਰੋਬਾਰੀ ਲਗਾਤਾਰ ਪਰੇਸ਼ਾਨ ਹੋ ਰਹੇ ਸਨ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜੋ ਫੈਸਲੇ ਨੇ ਬਹੁਤ ਜ਼ਿਆਦਾ ਜ਼ਰੂਰੀ ਸੀਗੇ। ਪੰਜਾਬ ਦੀ ਜਨਤਾ ਜੋ ਲਗਾਤਾਰ ਉਡੀਕ ਕਰ ਰਹੀ ਸੀਗੀ ਕਿ ਕੀ ਬਦਲਾਅ ਹੋ ਸਕਦਾ ਹੈ। ਵੀਕਐਂਡ ਕਰਫਿਊ ਨੂੰ ਲੈ ਕੇ ਕੀ ਕੁਝ ਡਿਟੇਲਸ ਨੇ, ਵੀਕਐਂਡ ਕਰਫਿਊ ਕੀ ਜਾਰੀ ਰਹੇਗਾ, ਇਸ ਤੋਂ ਇਲਾਵਾ ਕੀ ਕੁਝ ਹੋਰ ਹਦਾਇਤਾਂ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ? ਦੇਖੋ, ਮੁੱਖ ਤੌਰ ਤੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਇਹ ਅਧਿਕਾਰ ਦੇ ਦਿੱਤੇ ਨੇ, ਉਹ ਆਪਣੇ ਜ਼ਿਲ੍ਹੇ ਵਿੱਚ ਦੇਖਣਗੇ ਕਿਸ ਢੰਗ ਨਾਲ ਪੇਸ਼ੈਂਟ ਆ ਰਹੇ ਨੇ, ਕਿਸ ਢੰਗ ਨਾਲ ਜਿਹੜੀ ਪੋਜ਼ਿਟਿਵ ਹੈ ਕਰੋਨਾ ਦੀ, ਉਹਨੂੰ ਮੁੱਖ ਰੱਖ ਕੇ ਉਹ ਫੈਸਲੇ ਕਰਨਗੇ ਕਿ ਵੀਕਐਂਡ ਮੌਕੇ ਸ਼ਨੀਚਰ ਐਤਵਾਰ ਵੀ ਕਿਹੜੀਆਂ ਦੁਕਾਨਾਂ ਖੋਲ੍ਹਣੀਆਂ ਨੇ, ਕਿੰਨਾ ਟਾਈਮ ਖੋਲ੍ਹਣੀਆਂ ਨੇ ਔਰ ਖੋਲ੍ਹਣੀਆਂ ਨੇ ਕਿ ਨਹੀਂ ਖੋਲ੍ਹਣੀਆਂ। ਸੋ ਮੁੱਖ ਤੌਰ ਤੇ ਇਹ ਜ਼ਿਲ੍ਹਿਆਂ ਨੂੰ ਅਧਿਕਾਰ ਦੇ ਦਿੱਤੇ। ਪਰ ਸ਼ਾਤੀ ਜਿਹੜੀ ਓਵਰਆਲ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ ਹਾਲੇ ਨਾਈਟ ਕਰਫਿਊ ਜਿਹੜਾ ਆ ਉਹ ਜਾਰੀ ਰਹੇਗਾ। ਉਹਦੇ 'ਚ 2 ਘੰਟੇ ਦੀ ਛੋਟ ਦਿੱਤੀ ਗਈ ਹੈ। ਭਾਵ ਹੁਣ ਸ਼ਾਮ ਜਿਹੜਾ ਨਾਈਟ ਕਰਫਿਊ 7 ਵਜੇ ਲੱਗੇਗਾ, ਸਵੇਰੇ 6 ਵਜੇ ਖਤਮ ਹੋਏਗਾ। ਇਹਦੇ ਵਿੱਚ 2 ਘੰਟੇ ਦੀ ਰਾਹਤ ਦਿੱਤੀ ਹੈ। ਔਰ ਨਾਲ ਦੀ ਨਾਲ ਜਿਹੜੀ ਹੋਰ ਰਾਹਤ ਵਾਲੀ ਜਿਹੜੀ ਗੱਲ ਇਹ ਹੈ ਕਿ ਸਾਰੇ ਖੇਡ ਪ੍ਰਕਿਰਿਆ ਔਰ ਖਾਸ ਕਰਕੇ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਬੰਦ ਸੀ, ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਇਹ ਨੁਕਸਾਨ ਹੋ ਰਿਹਾ ਸੀ, ਜੂਸ ਦਾ ਨੁਕਸਾਨ ਹੋ ਰਿਹਾ ਸੀ, ਕਿਉਂਕਿ ਭਰਤੀ ਵੀ ਜੂਸ ਦੀ ਹੋਣੀ ਹੈ ਔਰ ਖੇਡਾਂ ਵਿੱਚ ਭਾਗ ਵੀ ਜਿਹੜੇ ਜੂਸ ਨੇ ਲੈਣਾ, ਉਹਦੇ ਵਿੱਚ ਵੀ ਰਾਹਤ ਦੇ ਦਿੱਤੀ ਆ ਵੀ ਹੁਣ ਉਹ ਆਪਣੇ ਮੁਕਾਬਲਿਆਂ ਦੀ ਤਿਆਰੀ ਕਰ ਸਕਣਗੇ। ਭਰਤੀ ਪ੍ਰੀਖਿਆ ਵੀ ਹੋਊਗੀ ਔਰ ਖਾਸ ਕਰਕੇ ਜਿਹੜੇ ਪ੍ਰਾਈਵੇਟ ਦਫ਼ਤਰ ਹੈ ਉਹਨਾਂ ਦੀ ਵੀ ਹੁਣ ਗੱਡੀ ਚੱਲੇਗੀ, ਉਹ ਵੀ ਖੁੱਲਣਗੇ। 50% ਘਰੋਂ ਕੰਮ ਕਰਨ ਦੀ ਸਟਾਫ, 50% ਜਿਹੜਾ ਦਫ਼ਤਰਾਂ ਜਾ ਕੇ ਕੰਮ ਕਰ ਸਕੇਗਾ। ਔਰ ਜਿੱਥੋਂ ਤੱਕ ਗੱਲ ਹੈਗੀ ਆ, ਜਿਹੜੀ ਸਭ ਤੋਂ ਵੱਡੀ ਪੰਜਾਬ ਵਿੱਚ ਮੰਦੀ ਵਾਲੀ ਗੱਲ ਹੈ, ਹੋਟਲ ਇੰਡਸਟਰੀ ਹੈ, ਉਹਨਾਂ ਨੂੰ ਅਗਲੇ ਹਫ਼ਤੇ ਵਿੱਚ ਜਿਹੜੇ ਹੈ ਹੋਟਲ ਖੋਲ੍ਹਣ ਦੀ, ਰੈਸਟੋਰੈਂਟ ਖੋਲ੍ਹਣ ਦੀ ਜਿਹੜੀ ਹੈ ਇਜਾਜ਼ਤ ਮਿਲ ਜਾਏਗੀ। ਜੀ ਬਿਲਕੁਲ, ਇਹ तमाम ਰਿਆਇਤਾਂ ਜ਼ਰੂਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ, ਪਰ ਜਿਸ ਤਰ੍ਹਾਂ ਦੇ ਨਾਲ ਇੱਥੇ ਲਗਾਤਾਰ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਹਦਾਇਤਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ, ਸੋਸ਼ਲ ਡਿਸਟੈਂਸ ਮੇਨਟੇਨ ਕਰਨਾ, ਮਾਸਕ ਪਾਉਣਾ ਲਾਜ਼ਮੀ ਹੈ। ਤਾਂ ਜ਼ਾਹਿਰ ਤੌਰ ਤੇ ਸਰਕਾਰ ਵੱਲੋਂ ਇਹ ਵੀ ਤਰਲੋਚਨ ਜੀ ਜ਼ਰੂਰ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਕਿ ਭਾਵੇਂ ਰਿਆਇਤਾਂ ਜ਼ਰੂਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ, ਪਰ ਉਸ ਦੇ ਬਾਵਜੂਦ ਧਿਆਨ ਰੱਖਣਾ ਬਹੁਤ ਜ਼ਰੂਰੀ, ਕਿਉਂਕਿ ਮਹਾਮਾਰੀ ਦਾ ਕਹਿਰ ਹਾਲੇ ਵੀ ਬਰਕਰਾਰ ਹੈ। ਬਿਲਕੁਲ, ਸਾਰੇ ਜ਼ਿਲ੍ਹਿਆਂ ਦੇ ਜਿਹੜੇ ਪੁਲਿਸ ਮੁਖੀ ਨੇ, SSP ਨੇ, ਡਿਪਟੀ ਕਮਿਸ਼ਨਰ ਨੇ, ਉਹਨਾਂ ਨੂੰ ਨਾਲ ਦੀ ਨਾਲ ਇਹ ਗੱਲ ਕਹੀ ਹੈ ਕਿ ਭਾਵੇਂ ਇਹ ਖੁੱਲ੍ਹਾਂ ਦੇ ਦਿੱਤੀਆਂ ਨੇ, ਜਿਹੜਾ ਵਿੱਤੀ ਸੰਕਟ ਪੰਜਾਬ ਵਿੱਚ ਜਿਹੜਾ ਆ ਉਹ ਹੋਰ ਨਾ ਵਧੇ, ਉਹਨੂੰ ਮੁੱਖ ਰੱਖਦਿਆਂ ਜਿਹੜੀਆਂ ਰਾਹਤ ਦਿੱਤੀ ਗਈ ਹੈ। ਪਰ ਨਾਲ ਦੀ ਨਾਲ ਇਹ ਗੱਲ ਕਹੀ ਗਈ ਹੈ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਡਿਊਟੀ ਹੋਊਗੀ, ਖਾਸ ਕਰਕੇ ਕਿ ਸਰੀਰਕ ਵਿੱਥ ਬਣਾ ਕੇ ਕਿਵੇਂ ਮਾਰਕੀਟਾਂ ਜਿਹੜੀਆਂ ਨੇ ਖੁੱਲ੍ਹ ਸਕਦੀਆਂ ਨੇ, ਮਾਸਕ ਪਾਉਣਾ ਲਾਜ਼ਮੀ ਹੋਊਗਾ ਔਰ ਖਾਸ ਕਰਕੇ ਇਹ ਜਿਹੜੇ ਵੱਡੇ ਫੰਕਸ਼ਨ ਨੇ ਜਾਂ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਕਰਨੀ, ਉਹਦੇ ਤੇ ਪੂਰੀ ਤਰ੍ਹਾਂ ਪ੍ਰਸ਼ਾਸਨ ਦੀ ਆਖ ਹੈ ਕਿ ਕਿਸੇ ਤਰ੍ਹਾਂ ਇਹ ਇੱਦਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਪਰ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਲੋਕਾਂ ਦੀ ਹੈ, ਕਿਉਂਕਿ ਇੱਕਦਮ ਕਰੋਨਾ ਦਾ ਸਿਖਰ ਤੇ ਆਉਣਾ, ਸੈਕੰਡ ਵੇਵ 'ਚ ਇੱਕਦਮ ਕਰੋਨਾ ਦਾ ਜਿਹੜਾ ਥੱਲੇ ਆਉਣਾ, ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ। ਔਰ ਇਹਦਾ ਕਾਰਨ ਵੀ ਸਰਕਾਰਾਂ ਲੋਕਡਾਊਨ ਕਿਤੇ ਨਾ ਕਿਤੇ ਹੋ ਸਕਦੀ ਹੈ। ਮੁੱਖ ਕਾਰਨ ਇਹ ਵੀ ਪੰਜਾਬ ਦੇ ਲੋਕਾਂ ਨੇ ਮਾਸਕ ਪਾਏ, ਪੰਜਾਬ ਦੇ ਲੋਕਾਂ ਨੇ ਸਰੀਰਕ ਵਿੱਥ ਰੱਖੀ, ਸਾਵਧਾਨੀਆਂ ਵਰਤੀਆਂ ਔਰ ਅੱਜ ਅਸੀਂ ਰਾਹਤ ਮਹਿਸੂਸ ਕਰ ਰਹੇ ਹਾਂ। ਸੋ ਪੰਜਾਬ ਸਰਕਾਰ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹੀ ਹਦਾਇਤਾਂ ਨੇ ਕਿ ਕਰੋਨਾ ਖਤਮ ਨਹੀਂ ਹੋਇਆ, ਸਿਰਫ ਕਰੋਨਾ ਘਟਿਆ ਹੈ ਔਰ ਲੋਕਾਂ ਨੂੰ ਰਾਹਤ ਦੇਣ ਲਈ, ਲੋਕਾਂ ਦਾ ਜਿਹੜਾ ਧੰਦਾ ਹੈ, ਲੋਕਾਂ ਦਾ ਬਿਜ਼ਨਸ ਜਿਹੜਾ ਉਹ ਹੋਰ ਖਰਾਬ ਨਾ ਹੋਵੇ, ਉਹਨੂੰ ਮੁੱਖ ਰੱਖ ਕੇ ਇਹ ਰਾਹਤਾਂ ਦਿੱਤੀਆਂ ਨੇ ਕੁਝ ਹੱਦ ਤੱਕ। ਪਰ ਜਿਹੜਾ ਮਹਾਮਾਰੀ ਦੇ ਪ੍ਰੋਟੋਕਾਲ ਨੇ ਪਹਿਲਾਂ ਵਾਂਗ ਸਖਤੀ ਨਾਲ ਲਾਗੂ ਰਹਿਣਗੇ। ਬਿਲਕੁਲ ਤਰਲੋਚਨ ਜੀ, ਵਿਦਿਆਰਥੀਆਂ ਦੇ ਇਮਤਿਹਾਨ ਨੂੰ ਲੈ ਕੇ, ਖਾਸ ਤੌਰ ਤੇ 12ਵੀਂ ਦੇ ਇਮਤਿਹਾਨ ਨੂੰ ਲੈ ਕੇ ਕੋਈ ਸਰਕਾਰ ਵੱਲੋਂ ਅੱਜ ਚਰਚਾ ਕੀਤੀ ਗਈ ਹੈ, ਫੈਸਲਾ ਲਿਆ ਗਿਆ, ਕਿਉਂਕਿ ਕੇਂਦਰ ਸਰਕਾਰ ਤੋਂ ਬਾਅਦ ਕਈ ਸੂਬਾ ਸਰਕਾਰਾਂ ਵੱਲੋਂ ਜਿਹੜੇ ਇਮਤਿਹਾਨ ਨੇ ਉਹ ਰੱਦ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਇਸ ਨੂੰ ਲੈ ਕੇ ਲਗਾਤਾਰ ਵਿਚਾਰ ਵੀ ਕਰ ਰਹੀ ਹੈ, ਇਸ ਨੂੰ ਲੈ ਕੇ ਕੋਈ ਜਾਣਕਾਰੀ, ਕੋਈ ਡਿਟੇਲਸ? ਅੱਛਾ, ਤੇ ਇਹਦੇ ਬਾਰੇ ਪਹਿਲਾਂ ਹੀ ਹਿੰਦੁਸਤਾਨ ਪੱਧਰ ਤੇ ਗੱਲ ਹੋ ਗਈ ਕਿ 12ਵੀਂ ਦੇ ਪੇਪਰ ਹੁਣ ਐਗਜ਼ਾਮ ਨਹੀਂ ਹੋਣਗੇ, ਪਰ ਉਹਨਾਂ ਦੇ ਰਿਜ਼ਲਟ ਕਿਵੇਂ ਤਿਆਰ ਕੀਤੇ ਜਾਣਗੇ, ਉਹ ਜਿਹੜਾ ਇਸ਼ੂ ਆ ਹਾਲੇ ਪੈਂਡਿੰਗ ਹੈ। ਉਹਦੇ ਬਾਰੇ ਪੰਜਾਬ ਸਰਕਾਰ ਜਿਹੜੀ ਹੈ ਉਹ ਭਾਰਤ ਸਰਕਾਰ ਵੱਲ ਦੇਖ ਰਹੀ ਹੈ ਵੀ ਓਵਰਆਲ ਕੀ ਡਿਸੀਜਨ ਕਰਦੇ ਨੇ।
ਸੋ ਪੇਪਰ 12ਵੀਂ ਦੇ ਵਿਦਿਆਰਥੀਆਂ ਦੇ ਪੇਪਰ ਪਹਿਲਾਂ ਹੀ ਮੁਲਤਵੀ ਕਰ ਦਿੱਤੇ ਨੇ, ਉਹਦੇ ਬਾਰੇ ਕੋਈ ਡਿਸਕਸ਼ਨ ਵਾਲੀ ਗੱਲ ਨਹੀਂ। ਹਾਂ, ਇਹ ਗੱਲ ਜ਼ਰੂਰ ਹੈ ਵੀ ਉਹਨਾਂ ਨੂੰ ਕਿਵੇਂ ਰਿਜ਼ਲਟ ਉਹਨਾਂ ਦਾ ਤਿਆਰ ਕਰਨਾ, ਕਿਹੜੀ ਗ੍ਰੈਡੂਏਸ਼ਨ ਦੇਣੀ ਹੈ, ਕਿਹੜੇ ਢੰਗ ਨਾਲ ਉਹਨਾਂ ਨੂੰ ਨੰਬਰ ਦੇਣੇ ਆ, ਉਹ ਹਾਲੇ ਪੰਜਾਬ ਸਰਕਾਰ ਦੇ, ਭਾਰਤ ਸਰਕਾਰ ਦੇ ਵਿਚਾਰ ਹੀ ਨਾ ਅਧੀਨ ਹੈ। ਪਰ ਮੁੱਖ ਤੌਰ ਤੇ ਅੱਜ ਕੋਵਿਡ ਨਾਲ ਸੰਬੰਧਿਤ ਸਾਰੇ ਜਿਹੜੇ ਅੰਕੜੇ ਸੀ ਕਰੋਨਾ ਦੇ, ਕਿਵੇਂ ਪੰਜਾਬ ਵਿੱਚ ਕਰੋਨਾ ਜਿਹੜਾ ਆ ਉਹ ਸਿਖਰ ਤੇ ਆਇਆ, ਹੁਣ ਕੀ ਸਥਿਤੀ ਹੈ, ਕਿਹੜੇ ਜ਼ਿਲ੍ਹੇ ਦੀ ਕੀ ਸਥਿਤੀ ਹੈ, ਕੁੱਲ ਮਿਲਾ ਕੇ ਗੱਲ ਕਹੇਗੀ ਕਿ ਪੰਜਾਬ ਵਿੱਚ 3.2% ਜਿਹੜਾ ਪੋਜ਼ਿਟਿਵ ਰੇਟ ਆਉਣਾ ਕਰੋਨਾ ਦਾ, ਇਹ ਬਹੁਤ ਰਾਹਤ ਵਾਲੀ ਗੱਲ ਹੈ। ਔਰ ਉਹਨੂੰ ਬਿੰਦੂ ਤੇ ਰੱਖ ਕੇ, ਉਹਨੂੰ ਧੁਰਾ ਬਣਾ ਕੇ ਹੀ ਇਹ ਜਿਹੜੀਆਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਨੇ। ਔਰ ਪੰਜਾਬ ਸਰਕਾਰ ਬੜੀ ਫੂਕ ਕੇ ਪੈਰ ਰੱਖ ਰਹੀ ਹੈ। ਕਾਰਨ ਕੀ ਹੈ? ਭਾਵੇਂ ਇੱਕਦਮ ਕਰੋਨਾ ਦੀ ਜਿਹੜੀ ਲਹਿਰ ਹੈ ਜਾਂ ਕਰੋਨਾ ਦੇ ਅੰਕੜੇ ਵੱਡੇ ਪੱਧਰ ਤੇ ਪੰਜਾਬ 'ਚ ਘਟ ਗਏ, ਉਸ ਪੱਧਰ ਤੇ ਪੰਜਾਬ ਸਰਕਾਰ ਰਾਹਤ ਨਹੀਂ ਦੇ ਰਹੀ। ਉਹਦਾ ਕਾਰਨ ਇਹੀ ਹੈ ਕਿ ਅਗਲੇ ਸਮੇਂ ਇਹ ਵੀ ਗੱਲ ਆ ਰਹੀ ਹੈ, ਇਹ ਖਤਰਾ ਖੜਾ ਹੈ ਕਿ ਤੀਸਰੀ ਵੇਵ ਵੀ ਕਿਸੇ ਵੇਲੇ ਜਿਹੜੀ ਹੈ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਕੁਝ ਰਾਹਤਾਂ ਦਿੱਤੀਆਂ ਨੇ, ਪਰ ਨਾਲ ਦੀ ਨਾਲ ਬੰਦਸ਼ਾਂ, ਕਰੋਨਾ ਔਰ ਮਹਾਮਾਰੀ ਦਾ ਪ੍ਰੋਟੋਕੋਲ ਉਹ ਉਸੇ ਤਰ੍ਹਾਂ ਹੀ ਲਾਗੂ ਰਹੇਗਾ। ਬਿਲਕੁਲ, ਤਾਂ ਤਮਾਮ ਇਹ ਹਦਾਇਤਾਂ ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਪੰਜਾਬ ਵਿੱਚ ਕੱਲ੍ਹ ਤੋਂ ਕੋਰੋਨਾ ਸੰਬੰਧੀ ਨਵੀਆਂ ਹਦਾਇਤਾਂ ਲਾਗੂ ਹੋਣਗੀਆਂ। ਕੁਝ ਰਿਆਇਤਾਂ ਨਾਲ 15 ਜੂਨ ਤੱਕ ਹੁਣ ਪਾਬੰਦੀਆਂ ਵਧਾਈਆਂ ਗਈਆਂ ਨੇ। ਦੁਕਾਨਾਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਉੱਥੇ ਨਿੱਜੀ ਦਫ਼ਤਰਾਂ ਵਿੱਚ 50% ਸਟਾਫ ਨਾਲ ਹੁਣ ਕੰਮ ਹੋ ਸਕੇਗਾ। ਵਿਆਹ ਤੇ ਸੋਗ ਸਮਾਗਮਾਂ ਵਿੱਚ ਵੀ ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ। ਭਰਤੀ ਪ੍ਰੀਖਿਆਵਾਂ ਅਤੇ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਸਿਖਲਾਈ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਜਿਮ, ਰੈਸਟੋਰੈਂਟ ਇੱਕ ਹਫ਼ਤੇ ਬਾਅਦ 50% ਸਮਰੱਥਾ ਨਾਲ ਖੁੱਲ੍ਹਣਗੇ। ਇਹ तमाम फैसले ਅੱਜ ਲਏ ਗਏ ਨੇ। ਹਾਲਾਂਕਿ ਲਗਾਤਾਰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਰਾਹਤ ਦਿੱਤੀ ਜਾਏ। ਇਹ तमाम ਰਿਆਇਤਾਂ ਇਸੇ ਮਕਸਦ ਨਾਲ ਸਰਕਾਰ ਨੇ ਦਿੱਤੀਆਂ ਨੇ, ਪਰ ਕੋਰੋਨਾ ਕਹਿਰ ਹਾਲੇ ਵੀ ਬਰਕਰਾਰ ਹੈ। ਘੱਟ ਜ਼ਰੂਰ ਇੱਥੇ ਮਾਮਲੇ ਰਹੇ ਨੇ, ਪਰ ਦੂਜੇ ਪਾਸੇ ਜਿਸ ਤਰ੍ਹਾਂ ਦੇ ਨਾਲ ਤੀਜੀ ਲਹਿਰ ਨੂੰ ਲੈ ਕੇ ਕਈ ਤਰ੍ਹਾਂ ਦੇ ਇੱਥੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਨੇ, ਤਾਂ ਪ੍ਰੀਕਾਸ਼ਨਸ ਲੈਣੀਆਂ ਬਹੁਤ ਜ਼ਰੂਰੀ ਨੇ। ਬਚਾਅ ਬਹੁਤ ਜ਼ਰੂਰੀ ਹੈ। ਪ੍ਰੋਟੋਕੋਲ ਦੀ ਪਾਲਣਾ ਕਰਨਾ ਬਹੁਤ ਲਾਜ਼ਮੀ ਹੈ। ਤਰਲੋਚਨ ਜੀ, ਜਿਸ ਤਰ੍ਹਾਂ ਦੇ ਨਾਲ ਲਗਾਤਾਰ ਖਾਸ ਤੌਰ ਤੇ ਕਾਰੋਬਾਰੀ ਵੀ ਪਿਛਲੇ ਕਈ ਦਿਨਾਂ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀਗੇ ਤੇ ਸਰਕਾਰ ਤੋਂ ਲਗਾਤਾਰ ਰਾਹਤ ਦੀ ਉਮੀਦ ਕਰ ਰਹੇ ਸਨ। ਬੇਸ਼ੱਕ ਹੁਣ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਲੋਕ ਵੀ ਹੁਣ ਡਰ ਦੇ ਮਾਰੇ ਦੁਕਾਨਾਂ ਤੇ ਨਹੀਂ ਪਹੁੰਚਦੇ। ਤਾਂ ਜ਼ਾਹਿਰ ਤੌਰ ਤੇ ਕਾਰੋਬਾਰੀ ਹਾਲੇ ਵੀ ਪਰੇਸ਼ਾਨ ਨੇ। ਮਾਲੀ ਰਾਹਤ ਦੀ ਵੀ ਲਗਾਤਾਰ ਇੱਥੇ ਕਾਰੋਬਾਰੀ ਸਰਕਾਰ ਤੋਂ ਉਮੀਦ ਕਰ ਰਹੇ ਨੇ। तो बिल्कुल चौथी जिवें पिछले दिनों च पूरे हफ्ता भर दुकानों का बंद रहना, फिर कुछ समय लिए दुकाना खोलने की इजाजत देनी, और खास करके ਜਿਹੜਾ ਨਾਈਟ ਕਰਫਿਊ ਲਾਉਣ ਨਾਲ ਜਿਹੜੀ ਨਾਈਟ ਰਾਤ ਨੂੰ ਜਿਹੜੇ ਬਿਜ਼ਨਸ ਚੱਲਦੇ ਨੇ, ਖਾਸ ਕਰਕੇ ਜਿਹੜੇ ਰੈਸਟੋਰੈਂਟ ਜਿਹੜੇ ਨੇ ਉਹਨਾਂ ਦਾ ਬਿਜ਼ਨਸ ਚੱਲਦਾ ਹੀ ਰਾਤ ਨੂੰ ਹੈ। ਡਿਨਰ ਤੋਂ ਬਾਅਦ ਹੀ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਔਰ ਇਸ ਦੇ ਨਾਲ ਹੀ ਟਰਾਂਸਪੋਰਟ, ਟੈਕਸੀ ਵਾਲੇ ਜਿਹੜੇ ਨੇ ਸਾਰੇ ਇਹ ਕਾਰੋਬਾਰੀ ਜਿਹੜੇ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਵਿੱਤੀ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ। ਔਰ ਇਹ ਡਿਮਾਂਡ ਵੀ ਕੀਤੀ ਜਾ ਰਹੀ ਹੈ ਵੀ ਕੁਝ ਰਾਹਤ ਦਿੱਤੀ ਜਾਵੇ। ਜੇ ਨੁਕਸਾਨ ਹੋਇਆ, ਜੇ ਲੋਕਾਂ ਦੇ ਖਰਚੇ ਉਨੇ ਹੀ ਨੇ, ਖਾਸ ਕਰਕੇ ਦੁਕਾਨਦਾਰ ਅਕਸਰ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੇ ਸ਼ੋਰੂਮਾਂ ਦੇ, ਉਹਨਾਂ ਦੀਆਂ ਦੁਕਾਨਾਂ ਦੇ, ਉਹਨਾਂ ਦੇ ਬਿਜਲੀ ਦਾ, ਉਹਨਾਂ ਦਾ ਸਟਾਫ ਦਾ, ਔਰ ਉਹਨਾਂ ਦਾ ਹੋਰ ਪਾਣੀ ਦਾ, ਸਾਫ਼ ਸਫਾਈ ਦਾ ਜਿਹੜਾ ਖਰਚਾ ਉਹ ਐਜ ਤੇ ਚੱਲ ਰਿਹਾ। ਪਰ ਦੁਕਾਨਾਂ ਬੰਦ ਹੋਣ ਕਾਰਨ ਜਾਂ ਬਹੁਤ ਲਿਮਟਿਡ ਖੁੱਲ੍ਹਣ ਕਾਰਨ ਉਹਨਾਂ ਨੂੰ ਆਮਦਨ ਘੱਟ ਤੇ ਖਰਚੇ ਵੱਧ ਹੋ ਰਹੇ ਨੇ। ਇਹ ਡਿਮਾਂਡ ਕਰ ਰਹੇ ਨੇ, ਸਾਰੇ ਕਾਰੋਬਾਰੀ ਕਰ ਰਹੇ ਨੇ, ਪਰ ਪੰਜਾਬ ਸਰਕਾਰ ਵੱਲੋਂ ਫਿਲਹਾਲ ਇੱਦਾਂ ਦਾ ਕੋਈ ਫੈਸਲਾ ਨਹੀਂ ਕੀਤਾ। ਇਹ ਵੀ ਗੱਲ ਆ ਰਹੀ ਸੀ ਵੀ ਸਰਕਾਰ ਨੂੰ ਬਿਜਲੀ ਦੇ ਬਿੱਲ ਜਿਹੜੇ ਨੇ ਕੁਝ ਮਹੀਨੇ ਲਈ ਮੁਆਫ ਕਰ ਦੇਣੇ ਚਾਹੀਦੇ ਨੇ, ਕਿਉਂਕਿ ਜੇ ਦੁਕਾਨਾਂ ਹੀ ਬੰਦ ਨੇ, ਕਾਰੋਬਾਰ ਹੀ ਬੰਦ ਨੇ, ਜੇ ਹੋਟਲ ਹੀ ਬੰਦ ਹੈ, ਜੇ ਰੈਸਟੋਰੈਂਟ ਹੀ ਬੰਦ ਨੇ, ਤੇ ਫਿਰ ਬਿਜਲੀ ਦੇ ਬਿੱਲ ਮਹਾਮਾਰੀ ਦੌਰਾਨ ਸਰਕਾਰ ਨੂੰ ਕੁਝ ਕਰਨਾ ਚਾਹੀਦਾ। ਪਰ ਸਰਕਾਰ ਵੱਲੋਂ ਇੱਦਾਂ ਦਾ ਕੋਈ ਵੱਡਾ ਫੈਸਲਾ ਫਿਲਹਾਲ ਨਹੀਂ ਲਿਆ। ਔਰ ਇਹ ਮਹਾਮਾਰੀ ਜਿਹੜੀ ਹੈ, ਜੇ ਮੁੱਖ ਤੌਰ ਤੇ ਆਪਾਂ ਦੇਖੀਏ ਇਹ ਗਰੀਬ ਤੋਂ ਲੈ ਕੇ ਸ਼ੋਰੂਮ ਦੇ ਮਾਲਕ ਤੱਕ ਸਾਰਿਆਂ ਨੂੰ ਬਹੁਤ ਵੱਡੀ ਸਮੱਸਿਆ। ਉਹ ਸਾਰੇ ਦੇਖ ਰਹੇ ਨੇ ਕਿ ਸ਼ਾਇਦ ਪੰਜਾਬ ਸਰਕਾਰ ਇਹਦੇ ਬਾਰੇ ਕੋਈ ਰਾਹਤ ਦੇਵੇ, ਪਰ ਫਿਲਹਾਲ ਸਰਕਾਰ ਦਾ ਇੱਦਾਂ ਦਾ ਕੋਈ ਮੂੰਹ ਸਾਹਮਣੇ ਨਹੀਂ ਹੈ। ਜੀ ਬਿਲਕੁਲ, ਤਾਂ ਫਿਲਹਾਲ ਇੱਥੇ ਮਾਲੀ ਰਾਹਤ ਜ਼ਾਹਿਰ ਤੌਰ ਤੇ ਸਰਕਾਰ ਵੱਲੋਂ ਫਿਲਹਾਲ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ ਹੈ, ਪਰ ਰਿਆਇਤਾਂ ਜ਼ਰੂਰ ਇੱਥੇ ਦਿੱਤੀਆਂ ਗਈਆਂ ਨੇ। ਤੇ ਹੁਣ ਸਿਰਫ ਐਤਵਾਰ ਨੂੰ ਹੀ ਵੀਕਐਂਡ ਲੋਕਡਾਊਨ ਲੱਗੇਗਾ। ਬਾਹਰਲੇ ਸੂਬਿਆਂ ਤੋਂ ਆਉਣ ਜਾਣ ਵਾਲਿਆਂ ਤੇ ਕੋਈ ਪਾਬੰਦੀ ਨਹੀਂ ਹੋਏਗੀ। ਤਾਂ ਲੋਚਨ ਜੀ, ਇਹ ਵੀ ਇੱਕ ਅਹਿਮ ਫੈਸਲਾ ਹੈ, ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦ ਲੋਕ ਜਾਂਦੇ ਨੇ ਤਾਂ ਉੱਥੇ ਪ੍ਰਸ਼ਾਸਨ ਰੋਕਦਾ ਤੇ ਰਿਪੋਰਟ ਚੈੱਕ ਕੀਤੀ ਜਾਂਦੀ ਹੈ, ਵੈਕਸੀਨੇਸ਼ਨ ਰਿਪੋਰਟ ਉਹਨਾਂ ਤੋਂ ਮੰਗੀ ਜਾਂਦੀ ਹੈ। ਤੇ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ, ਇਸ ਤੋਂ ਬਾਅਦ ਜ਼ਾਹਿਰ ਤੌਰ ਤੇ ਜੋ ਸਫ਼ਰ ਕਰ ਰਹੇ ਨੇ, ਖਾਸ ਤੌਰ ਤੇ ਕਾਰੋਬਾਰੀ ਹੋਣ ਜਾਂ ਫਿਰ ਆਮ ਲੋਕ ਹੋਣ, ਉਹਨਾਂ ਲਈ ਜ਼ਰੂਰ ਇੱਕ ਰਾਹਤ ਹੈ।
ਬਿਲਕੁਲ ਬਿਲਕੁਲ ਇਹ ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਹੈ ਕਿ ਸਟੇਟ ਵਿੱਚ ਜੇ ਕੋਈ ਐਂਟਰ ਕਰਦਾ ਤਾਂ ਕਿਸੇ ਤਰ੍ਹਾਂ ਦੀ ਬੰਦਸ਼ ਨਹੀਂ ਹੋਊਗੀ ਵੀ ਉਹ ਨੈਗੇਟਿਵ ਰਿਪੋਰਟ ਲਿਆਵੇ ਜਾਂ ਉਹਦੀ ਵੈਕਸੀਨ ਕੀਤੀ ਹੋਵੇ। ਇਹ ਬਿਲਕੁਲ ਖੁੱਲ੍ਹਾ ਦੇ ਦਿੱਤੀਆਂ ਨੇ। ਕਾਰਨ ਕੀ ਹੈ, ਪੰਜਾਬ ਵਿੱਚ ਜੇ ਇੰਟਰ ਸਟੇਟ ਜੇ ਆਵਾਜਾਈ ਪੂਰੀ ਤਰ੍ਹਾਂ ਨਹੀਂ ਖੁੱਲੇਗੀ, ਜੇ ਬੰਦਸ਼ਾਂ ਹੋਣਗੀਆਂ ਤਾਂ ਫਿਰ ਉਹਦੇ ਨਾਲ ਜਿਹੜਾ ਕਾਰੋਬਾਰ ਹੈ, ਜਿਹੜੇ ਪੰਜਾਬ ਦਾ ਬਿਜ਼ਨਸ ਹੈ, ਉਹਦੇ ਤੇ ਵੀ ਪ੍ਰਭਾਵ ਪੈਣਾ ਕੁਦਰਤੀ ਹੈ। ਸੋ ਉਹਨੂੰ ਮੁੱਖ ਰੱਖਦੇ ਆ, ਕਿਉਂਕਿ ਕਈ ਟ੍ਰੇਡ ਏਦਾਂ ਦੇ ਨੇ ਜਿਹੜੇ ਦੂਜੇ ਸਟੇਟਾਂ ਨਾਲ ਜੁੜੇ ਨੇ। ਕੱਚਾ ਮਾਲ ਉੱਧਰ ਆਉਣਾ ਜਾਂ ਇੱਧਰੋਂ ਤਿਆਰ ਕਰਕੇ ਪੱਕਾ ਮਾਲ ਹੋਰ ਸਟੇਟਾਂ ਵਿੱਚ ਜਿਹੜਾ ਸਪਲਾਈ ਕਰਨਾ। ਸੋ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਆ, ਇਹ ਗੱਲ ਸਾਫ਼ ਕਰ ਦਿੱਤੀ ਹੈ ਵੀ ਇੰਟਰ ਸਟੇਟ ਕਿਸੇ ਤਰ੍ਹਾਂ ਦੀ ਬੰਦਸ਼ ਨਹੀਂ ਹੋਊਗੀ। ਕੋਈ ਵੀ ਕਿਸੇ ਟਾਈਮ ਵੀ ਆ ਸਕਦਾ, ਕਿਸੇ ਟਾਈਮ ਵੀ ਵਾਪਸ ਜਾ ਸਕਦਾ। ਸੋ ਉਹਦੇ ਨਾਲ ਲੱਗਦਾ ਹੈ ਕਿ ਜਿਹੜੇ ਕਾਰੋਬਾਰੀ ਨੇ, ਜਿਨ੍ਹਾਂ ਦਾ ਇੱਕ ਪ੍ਰੋਜੈਕਟ ਵੱਡੇ ਨੇ, ਜਿਨ੍ਹਾਂ ਦੇ ਇੰਟਰ ਸਟੇਟ ਜਿਹੜੇ ਬਿਜ਼ਨਸ ਚੱਲਦੇ ਨੇ, ਉਹਨਾਂ ਨੂੰ ਇਸ ਗੱਲ ਦੀ ਰਾਹਤ ਮਿਲੇਗੀ। ਕਿਉਂਕਿ ਪਹਿਲਾਂ ਇਹ ਬਹੁਤ ਪਾਬੰਦੀਆਂ ਸੀ, ਬੜਾ ਡਰ ਲੱਗਦਾ ਸੀ ਵੀ ਉਹ ਰਿਪੋਰਟ ਲੈ ਕੇ ਆਉਣਗੇ, ਉਹਨਾਂ ਨੂੰ ਬਾਰਡਰ ਤੇ ਰੋਕਿਆ ਜਾਊਗਾ, ਉਹਨਾਂ ਨੂੰ ਚੈੱਕ ਕੀਤਾ ਜਾਊਗਾ। ਪਰ ਇਹ ਬੰਦਸ਼ ਵੀ ਅੱਜ ਪੰਜਾਬ ਸਰਕਾਰ ਨੇ ਖਤਮ ਕਰਤੀ ਹੈ। ਬਿਲਕੁਲ, ਇਹ ਬੰਦਿਸ਼ ਵੀ ਸਰਕਾਰ ਨੇ ਹਟਾ ਦਿੱਤੀ ਹੈ। ਪਰ ਸਿਹਤ ਸਹੂਲਤਾਂ ਨੂੰ ਲੈ ਕੇ ਜ਼ਰੂਰ ਇੱਥੇ ਲੋਕਾਂ ਦੇ ਮਨ ਵਿੱਚ ਮਲਾਲ ਹੈ, ਕਿਉਂਕਿ ਹੁਣ ਜਿਸ ਤਰ੍ਹਾਂ ਦੇ ਨਾਲ ਵੈਕਸੀਨ ਦੇ ਘਪਲੇ ਵੀ ਸਾਹਮਣੇ ਆ ਰਹੇ ਨੇ, ਸਿਹਤ ਮੰਤਰੀ ਤੇ ਹੀ ਇਲਜ਼ਾਮ ਲੱਗ ਰਹੇ ਨੇ। ਦੂਜੇ ਪਾਸੇ ਵੈਕਸੀਨ ਦੀ ਘਾਟ ਹੈ, ਲੋਕ ਜ਼ਰੂਰ ਹਸਪਤਾਲਾਂ ਵਿੱਚ ਪਹੁੰਚ ਰਹੇ ਨੇ ਪਰ ਉੱਥੇ ਸਹੂਲਤਾਂ ਨਹੀਂ ਮਿਲ ਰਹੀਆਂ। ਇਸ ਨੂੰ ਲੈ ਕੇ ਵੀ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ, ਕਿਉਂਕਿ ਜੇ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਹੋਣਗੇ ਤਾਂ ਸ਼ਾਇਦ ਲੋਕਾਂ ਦੀ ਜਾਨ ਜਿਹੜੀ ਹੈ ਵੱਧ ਤੋਂ ਵੱਧ ਬਚਾਈ ਜਾ ਸਕੇਗੀ, ਕਿਉਂਕਿ ਹੁਣ ਪ੍ਰਬੰਧ ਨਾ ਹੋਣ ਦੇ ਚਲਦੇ ਵੀ ਲੋਕਾਂ ਦੀ ਮੌਤ ਹੋ ਰਹੀ ਹੈ। ਬਿਲਕੁਲ, ਦੇਖੋ, ਇੱਕ ਪਾਸੇ ਪੰਜਾਬ ਸਰਕਾਰ ਬੜੇ ਚਿਰ ਦੀ ਇਹ ਦੋਸ਼ ਲਾ ਰਹੀ ਸੀ, ਇਹ ਗੱਲ ਕਹਿ ਰਹੀ ਸੀ ਕਿ ਵੈਕਸੀਨ ਜਿਹੜੀ ਹੈ ਦਿੱਲੀ ਸਾਨੂੰ ਚਾਹੀਦੀ ਹੈ, ਭਾਰਤ ਸਰਕਾਰ ਸਾਨੂੰ ਨਹੀਂ